प्यारे विद्यार्थियों, ਅੱਜ मैं ਤੁਹਾਨੂੰ 7ਵੀਂ ਜਮਾਤ ਦੀ ਵਿਗਿਆਨ ਦੀ ਪਾਠ ਪੁਸਤਕ ਦਾ ਪਹਿਲਾ ਚੈਪਟਰ ਪੌਦਿਆਂ ਵਿੱਚ ਪੋਸ਼ਣ ਦਾ ਅਗਲਾ ਪਾਠ ਕਰਵਾਉਣ ਜਾ ਰਹੀ ਹਾਂ, ਜੋ ਕਿ ਤੁਹਾਡੀ ਬੁੱਕ ਦਾ ਪੇਜ ਨੰਬਰ 4 ਤੋਂ ਲੈ ਕੇ 7 ਤੱਕ ਹੈ। ਅਸੀਂ ਪਹਿਲਾਂ ਪੜ੍ਹਿਆ ਸੀ ਕਿ ਪੋਸ਼ਣ ਕੀ ਹੁੰਦਾ ਹੈ, ਪੋਸ਼ਣ ਦੀਆਂ ਕਿੰਨੀਆਂ ਵਿਧੀਆਂ ਹਨ, ਸਵੈ ਪੋਸ਼ਣ ਅਤੇ ਪਰਪੋਸ਼ਣ। ਸਵੈ ਪੋਸ਼ਣ ਉਹ ਹੁੰਦਾ ਹੈ ਜਿਸ ਵਿੱਚ ਹਰੇ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਹਨ। ਹਰੇ ਪੌਦੇ ਆਪਣਾ ਭੋਜਨ ਕਿਵੇਂ ਬਣਾਉਂਦੇ ਹਨ, ਪ੍ਰਕਾਸ਼ ਸੰਸਲੇਸ਼ਨ ਕਿਸ ਤਰ੍ਹਾਂ ਹੁੰਦਾ ਹੈ, ਇਹ ਸਾਰਾ ਕੁਝ ਇਹਨਾਂ ਬਾਰੇ ਪੜ੍ਹਿਆ ਸੀ। ਅਸੀਂ ਹੁਣ ਗੱਲ ਕਰ ਰਹੇ ਹਾਂ ਜੀ ਕਿ ਜਿਹੜੇ ਪੌਦੇ ਆਪਣਾ ਖਾਣਾ ਨਹੀਂ ਬਣਾ ਸਕਦੇ, ਜਿਵੇਂ ਕਿ ਪਰਪੋਸ਼ੀ ਪ੍ਰਣਾਲੀ ਦੀ। ਹੁਣ ਪੜ੍ਹਨਾ ਸ਼ੁਰੂ ਕਰਦੇ ਹਾਂ ਜੀ। 1.3 ਪੌਦਿਆਂ ਵਿੱਚ ਪੋਸ਼ਣ ਦੀਆਂ ਹੋਰ ਵਿਧੀਆਂ। ਕਿਹੜੀਆਂ ਵਿਧੀਆਂ ਨੇ ਜੀ ਕਿ ਜਿਸ ਤਰ੍ਹਾਂ ਇਹ ਪੌਦੇ ਆਪਣਾ ਜੰਤੂ ਆਪਣਾ ਖਾਣਾ ਬਣਾਉਂਦੇ ਨੇ। ਇਸ ਵਿੱਚ ਅਸੀਂ ਗੱਲ ਕਰਾਂਗੇ ਪਰਜੀਵੀ ਪੌਦੇ ਅਤੇ ਕੀਟਹਾਰੀ ਪੌਦਿਆਂ ਦੀਆਂ, ਕਿ ਪਰਜੀਵੀ ਪੌਦੇ ਆਪਣਾ ਖਾਣਾ ਖੁਦ ਬਣਾਉਂਦੇ ਨੇ ਕਿ ਨਹੀਂ ਬਣਾਉਂਦੇ, ਅਸੀਂ ਇਹਨਾਂ ਬਾਰੇ ਗੱਲ ਕਰਨੀ ਹੈ। ਕੁਝ ਪੌਦੇ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਕਲੋਰੋਫਿਲ ਨਹੀਂ ਹੁੰਦੀ, ਉਹ ਆਪਣਾ ਭੋਜਨ ਸੰਸਲਿਸ਼ਟ ਨਹੀਂ ਕਰ ਸਕਦੇ, ਉਹ ਪਰਪੋਸ਼ੀ ਪ੍ਰਣਾਲੀ ਦੀ ਵਰਤੋਂ ਕਰਦੇ ਨੇ। ਕਿ ਜਿਹੜੇ ਪੌਦੇ ਆਪਣਾ ਖਾਣਾ ਨਹੀਂ ਬਣਾ ਸਕਦੇ, ਜਿਨ੍ਹਾਂ 'ਚ ਕਲੋਰੋਫਿਲ ਨਹੀਂ ਹੁੰਦੀ, ਉਹ ਕਿਹੜੀ ਵਿਧੀ ਯੂਜ਼ ਕਰਦੇ ਨੇ ਜੀ, ਪਰਪੋਸ਼ੀ ਪ੍ਰਣਾਲੀ। ਉਹਨਾਂ ਵਿੱਚ ਕਿਹੜੇ ਕਿਹੜੇ ਦੋ ਪੌਦੇ ਆਉਂਦੇ ਨੇ, ਇੱਕ ਪਰਜੀਵੀ ਪੌਦੇ ਹੁੰਦੇ ਨੇ, ਇੱਕ ਕੀਟਹਾਰੀ ਪੌਦੇ ਹੁੰਦੇ ਨੇ। ਪਰਜੀਵੀ ਪੌਦੇ ਕਿਹੜੇ ਹੋਣਗੇ? ਚਿੱਤਰ 1.5 ਨੂੰ ਧਿਆਨ ਨਾਲ ਵੇਖੋ। ਕਹਿੰਦਾ ਜੀ ਬੁੱਕ ਦੇ ਵਿੱਚ ਤੁਹਾਡੇ ਇੱਕ ਡਾਇਗਰਾਮ ਦਿੱਤੀ ਗਈ ਹੈ, ਠੀਕ ਹੈ ਜੀ, ਇਹਨੂੰ ਧਿਆਨ ਨਾਲ ਵੇਖੋ। ਇਸ ਨੂੰ ਵੇਖੋ ਤੁਹਾਨੂੰ ਕੀ ਨਜ਼ਰ ਆਉਂਦਾ ਪਿਆ ਕਿ ਇੱਕ ਰੁੱਖ ਦੇ ਉੱਪਰ ਨਾ ਆ ਪੀਲੀਆਂ ਪੀਲੀਆਂ ਧਾਗੇ ਵਰਗੀਆਂ ਨਾ ਕੁਛ ਚੀਜ਼ਾਂ ਨਜ਼ਰ ਆ ਰਹੀਆਂ ਨੇ। ਇਹਨੂੰ ਕੀ ਕਹਿੰਦੇ ਨੇ? ਵੇਲ ਹੈ ਇੱਕ ਤਰ੍ਹਾਂ ਦੀ, ਜਿਹੜੇ ਪੀਲੇ ਰੰਗ ਦੀ ਹੈ। ਇਸ ਰੁੱਖ ਦੇ ਉੱਪਰ ਆਲੇ ਦੁਆਲੇ ਘੁੰਮ ਰਹੀ ਹੈ ਵੇਲ। ਇਹਦੇ ਬਾਰੇ ਉਹ ਗੱਲ ਕਰ ਰਿਹਾ ਜੀ ਕਿ ਤੁਹਾਨੂੰ ਇੱਕ ਰੁੱਖ ਦੇ ਤਣੇ ਅਤੇ ਟਹਿਣੀਆਂ ਨਾਲ ਲਿਪਟੀ ਰੱਸੀ ਨੁਮਾ ਪੀਲੇ ਰੰਗ ਦੀ ਸੰਰਚਨਾ ਵਿਖਾਈ ਦਿੰਦੀ ਹੈ। ਇਹ ਅਮਰਵੇਲ ਦਾ ਪੌਦਾ ਹੈ। ਇਹ ਕਿਹੜਾ ਪੌਦਾ ਹੈ ਜੀ? ਅਮਰਵੇਲ ਦਾ ਪੌਦਾ ਹੈ। ਇਸ ਵਿੱਚ ਕਲੋਰੋਫਿਲ ਨਹੀਂ ਹੁੰਦੀ, ਇਹ ਪੀਲੇ ਰੰਗ ਦਾ ਹੈ, ਇਹਦਾ ਦੈਟਸ ਮੀਨਸ ਦੇ ਵਿੱਚ ਕਲੋਰੋਫਿਲ ਨਹੀਂ ਹੋਵੇਗੀ। ਜੇ ਉਹ ਹਰੇ ਰੰਗ ਦੀ ਹੁੰਦੀ ਤੇ ਇਹਦੇ ਅੰਦਰ ਕਲੋਰੋਫਿਲ ਹੁੰਦੀ। ਇਹ ਆਪਣਾ ਭੋਜਨ ਉਸ ਪੌਦੇ ਤੋਂ ਪ੍ਰਾਪਤ ਕਰਦੇ ਹਨ ਜਿਸ ਉੱਤੇ ਇਹ ਆਰੋਹਿਤ ਹੁੰਦੇ ਹਨ। ਕਹਿੰਦਾ ਜੀ ਆਪਣਾ ਭੋਜਨ ਇਸੇ ਪੌਦੇ ਤੋਂ ਪ੍ਰਾਪਤ ਕਰ ਰਹੇ ਨੇ ਜਿਹੜੇ ਪੌਦੇ ਦੇ ਉੱਪਰ ਅਮਰਵੇਲ ਚੜੀ ਹੋਈ ਹੈ। ਕਿਉਂਕਿ ਅਮਰਵੇਲ ਵਰਗੇ ਪੌਦੇ ਮੇਜ਼ਬਾਨ ਪੌਦੇ ਨੂੰ ਜ਼ਰੂਰੀ ਪੌਸ਼ਟਿਕਾਂ ਤੋਂ ਵਾਂਝੇ ਕਰਦੇ ਹਨ, ਇਸ ਲਈ ਇਹਨਾਂ ਨੂੰ ਪਰਜੀਵੀ ਪੌਦੇ ਕਹਿੰਦੇ ਹਨ। ਕਹਿੰਦਾ ਜੀ ਅਮਰਵੇਲ ਦਾ ਪੌਦਾ ਜਿਸ ਰੁੱਖ ਦੇ ਉੱਪਰ ਚੜਿਆ ਹੁੰਦਾ ਉਸੇ ਤੋਂ ਹੀ ਆਪਣਾ ਭੋਜਨ ਲੈਂਦਾ, ਕਿਉਂਕਿ ਆਪ ਕਲੋਰੋਫਿਲ ਨਹੀਂ ਬਣਾ ਸਕਦਾ ਅਮਰਵੇਲ ਦਾ ਪੌਦਾ, ਕਿਉਂਕਿ ਹਰੇ ਰੰਗ ਦਾ ਨਹੀਂ ਹੈ। ਜੇਕਰ ਹਰੇ ਰੰਗ ਦਾ ਹੁੰਦਾ ਤਾਂ ਆਪਣਾ ਖਾਣਾ ਆਪ ਬਣਾ ਸਕਦਾ। ਇਸੇ ਲਈ ਉਹ ਜਿਹੜੇ ਪੌਦੇ ਦੇ ਉੱਪਰ ਹੈਗਾ, ਜਿਹੜੇ ਪੌਦੇ ਉੱਪਰ ਰਹਿ ਰਿਹਾ, ਉੱਥੋਂ ਆਪਣੇ ਪੋਸ਼ਕ ਤੱਤ ਲੈ ਰਿਹਾ। ਇਸ ਕਰਕੇ ਇਸ ਨੂੰ ਕੀ ਕਹਿੰਦੇ ਨੇ ਜੀ? ਪਰਜੀਵੀ ਪੌਦਾ। ਜਿਹੜੇ ਪੌਦੇ ਆਪਣਾ ਖਾਣਾ ਨਹੀਂ ਬਣਾ ਸਕਦੇ, ਕਿਸੇ ਹੋਰ ਪੌਦੇ ਉੱਪਰ ਰਹਿੰਦੇ ਨੇ, ਉਹਨਾਂ ਦੇ ਪੋਸ਼ਕ ਤੱਤ ਲੈਂਦੇ ਨੇ ਅਤੇ ਉਹਨਾਂ ਨੂੰ ਪੋਸ਼ਕ ਤੱਤਾਂ ਤੋਂ ਵਾਂਝੇ ਕਰਦੇ ਨੇ। ਜਿਨ੍ਹਾਂ ਪੌਦਿਆਂ ਦੇ ਉੱਪਰ ਰਹਿੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਜੀ? ਪਰਜੀਵੀ ਪੌਦੇ ਕਹਿੰਦੇ ਨੇ। ਹਾਂਜੀ, ਕੀ ਅਸੀਂ ਅਤੇ ਹੋਰ ਜੰਤੂ ਵੀ ਪੌਦਿਆਂ ਉੱਤੇ ਪਰਜੀਵੀ ਹਨ? ਕਿਉਂਕਿ ਉਹਦਾ ਰਾਈਟਰ ਦਾ ਕੁਐਸਚਨ ਹੈ ਜੀ। ਕਹਿੰਦਾ ਜੀ ਅਸੀਂ ਵੀ ਆਪਣਾ ਖਾਣਾ ਆਪ ਨਹੀਂ ਬਣਾ ਸਕਦੇ, ਅਸੀਂ ਵੀ ਪੌਦਿਆਂ ਤੋਂ ਖਾਣਾ ਲੈਂਦੇ ਨੇ, ਜੰਤੂ ਵੀ ਪੌਦਿਆਂ ਤੋਂ ਖਾਣਾ ਲੈਂਦੇ ਨੇ। ਇਹਦਾ ਮਤਲਬ ਕਿ ਉਹ ਵੀ ਅਸੀਂ ਪਰਜੀਵੀ ਹਾਂ? ਨਹੀਂ, ਅਸੀਂ ਪੌਦਿਆਂ ਤੋਂ ਭੋਜਨ ਪ੍ਰਾਪਤ ਕਰਦੇ ਹਾਂ, ਜਿਵੇਂ ਫਲ ਸਬਜ਼ੀਆਂ ਆਦਿ। ਅਸੀਂ ਪੌਦਿਆਂ ਦਾ ਭੋਜਨ ਜਿਵੇਂ ਕਲੋਰੋਫਿਲ ਨਹੀਂ ਲੈਂਦੇ ਅਤੇ ਨਾ ਹੀ ਉਹਨਾਂ ਨੂੰ ਨੁਕਸਾਨ ਦਿੰਦੇ ਹਾਂ। ਕਹਿੰਦਾ ਜੀ ਅਸੀਂ ਪਰਜੀਵੀ ਨਹੀਂ ਹੈ, ਅਸੀਂ ਪਰਪੋਸ਼ੀ ਪ੍ਰਣਾਲੀ ਦੀ ਵਰਤੋਂ ਜ਼ਰੂਰ ਕਰਦੇ ਹਾਂ, ਪਰ ਅਸੀਂ ਪਰਜੀਵੀ ਨਹੀਂ ਹੈ, ਕਿਉਂਕਿ ਅਸੀਂ ਪੌਦਿਆਂ ਤੋਂ ਭੋਜਨ ਲੈ ਰਹੇ ਹਾਂ, ਦਾਲਾਂ ਲੈ ਰਹੇ, ਸਬਜ਼ੀਆਂ ਲੈ ਰਹੇ ਨੇ, ਫਲ ਲੈ ਰਹੇ, ਪਰ ਅਸੀਂ ਪੌਦਿਆਂ ਦਾ ਭੋਜਨ ਕਲੋਰੋਫਿਲ ਨਹੀਂ ਖਾਂਦੇ ਅਤੇ ਨਾ ਹੀ ਪੌਦਿਆਂ ਨੂੰ ਕੋਈ ਨੁਕਸਾਨ ਪਹੁੰਚਾਉਂਦੇ ਹਾਂ। ਅੱਗੋਂ ਗੱਲ ਕਰ ਰਹੇ ਹਾਂ ਜੀ ਕੀਟਹਾਰੀ ਪੌਦੇ। ਕੀਟਹਾਰੀ ਪੌਦੇ ਕਿਹੜੇ ਹੋਣਗੇ? ਉਸਦੇ ਨਾਮ ਤੋਂ ਪਤਾ ਚੱਲ ਰਿਹਾ ਜੀ। ਉਹ ਪੌਦੇ ਜਿਹੜੇ ਕੀਟਾਂ ਨੂੰ ਖਾਂਦੇ ਹਨ ਉਹਨਾਂ ਨੂੰ ਕੀਟਹਾਰੀ ਪੌਦੇ ਕਹਿੰਦੇ ਨੇ। ਕਹਿੰਦਾ ਜਿਹੜੇ ਪੌਦੇ ਹੋਣਗੇ ਜਿਹੜੇ ਕੀਟਾਂ ਨੂੰ ਖਾਂਦੇ ਨੇ, ਠੀਕ ਹੈ ਜੀ, ਉਹਨੂੰ ਕਿਹੜੇ ਪੌਦੇ ਕਹਿੰਦੇ ਨੇ? ਕੀਟਹਾਰੀ ਪੌਦੇ। ਜਿਵੇਂ ਘੜਾ ਪੌਦਾ, ਜਿਹਨੂੰ ਕੀ ਬੋਲਦੇ ਨੇ ਜੀ? ਪਿੱਚਰ ਪੌਦਾ। ਘੜਾ ਪੌਦਾ ਕਿਹੜਾ ਪੌਦਾ ਹੈ ਜੀ? ਜਿਹੜੇ ਕੀਟਾਂ ਨੂੰ ਖਾਂਦਾ। ਚਿੱਤਰ 1.6 ਦੇ ਪੌਦੇ ਨੂੰ ਵੇਖੋ। ਆਪਣੀ ਬੁੱਕ ਦੀ ਚਿੱਤਰ ਵੇਖੋ ਜੀ, ਇੱਕ ਡਾਇਗਰਾਮ ਦੇਖੋ 1.6 ਦਾ। ਇਹ 'ਚ ਕੀ ਨਜ਼ਰ ਆਉਂਦਾ? ਘੜਾ ਪੌਦਾ। ਇਹਦੇ 'ਚ ਵੇਖੋ ਜਿੱਦਾਂ ਨਜ਼ਰ ਕੀ ਆ ਰਿਹਾ, ਆ ਪੌਦਾ ਕਿਸ ਤਰ੍ਹਾਂ ਬਣਿਆ? ਘੜੇ ਵਾਂਗੂ ਬਣਿਆ। ਘੜੇ ਵਾਂਗੂ ਬਣਨ ਦਾ ਸ਼ੇਪ ਦਾ ਮਤਲਬ ਕੀ ਹੈ ਜੀ? ਇਹਦੇ ਉੱਪਰ ਇੱਕ ਨਾ ਢੱਕਣ ਜਿਹਾ ਬਣਿਆ ਹੁੰਦਾ। ਢੱਕਣ ਕੋਈ ਬਾਹਰੀ ਚੀਜ਼ ਨਹੀਂ ਹੈ, ਇਸ ਪੱਤੇ ਦੇ ਉੱਪਰ ਢੱਕਣ ਬਣਿਆ ਹੋਇਆ। ਇਸ ਪੱਤੇ ਦੀ ਸ਼ੇਪ ਹੀ ਇਸ ਤਰ੍ਹਾਂ ਬਣੀ ਹੋਈ ਹੈ, ਢੱਕਣ ਵਾਂਗ ਹੈ। ਇਹਦੇ ਅੰਦਰ ਇਹਦੇ ਕੀਟ ਆਉਂਦੇ ਨੇ, ਇਹਨਾਂ ਨੂੰ ਖਾ ਲੈਂਦਾ, ਇਸ ਕਰਕੇ ਇਹਨੂੰ ਕੀ ਕਹਿੰਦੇ ਨੇ ਜੀ? ਕੀਟਹਾਰੀ ਪੌਦਾ ਕਹਿੰਦੇ ਨੇ। ਅਤੇ ਬਣਿਆ ਘੜੇ ਦੀ ਸ਼ੇਪ ਵਾਂਗੂ, ਇਸ ਕਰਕੇ ਇਹਨੂੰ ਕੀ ਕਹਿੰਦੇ ਨੇ ਜੀ? ਘੜਾ ਪੌਦਾ ਵੀ ਕਹਿੰਦੇ ਨੇ। ਇਹ ਹਰੇ ਰੰਗ ਦਾ ਪੌਦਾ ਹੈ। ਇਸ ਦੇ ਘੜੇ ਵਰਗੀ ਵਿਖਾਈ ਦੇਣ ਵਾਲੀ ਸੰਰਚਨਾ ਅਸਲ ਵਿੱਚ ਉਸਦੇ ਪੱਤੇ ਦਾ ਰੂਪਾਂਤਰਿਤ ਭਾਗ ਹੈ। ਪੱਤੇ ਦਾ ਉੱਪਰਲਾ ਭਾਗ ਘੜੇ ਦਾ ਢੱਕਣ ਬਣਾਉਂਦਾ ਹੈ। ਘੜੇ ਦੇ ਅੰਦਰ ਅਨੇਕ ਰੋਮ ਹੁੰਦੇ ਹਨ ਜੋ ਹੇਠਾਂ ਦੇ ਵੱਲ ਝੁਕੇ ਰਹਿੰਦੇ ਹਨ।
ਜਦੋਂ ਕੋਈ ਕੀਟ ਘੜੇ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਦੇ ਰੂਹਾਂ ਵਿੱਚ ਫਸ ਜਾਂਦਾ ਹੈ। ਘੜੇ ਵਿੱਚ ਮੌਜੂਦ ਪਾਚਕ ਰਸ ਦੁਆਰਾ ਕੀਟਾਂ ਦਾ ਪਾਚਨ ਹੁੰਦਾ ਹੈ। ਕਹਿੰਦਾ ਹੈ ਜੀ ਜਦੋਂ ਕੋਈ ਵੀ ਕੀਟ ਪਤੰਗ ਇਹਦੇ ਉੱਪਰ ਆਉਂਦਾ ਹੈ, ਠੀਕ ਹੈ ਜੀ, ਉੱਪਰ ਆਉਂਦਿਆਂ ਸਾਰ ਢੱਕਣ ਆਪਣੇ ਆਪ ਬੰਦ ਹੋ ਜਾਂਦਾ ਅਤੇ ਇਹਦੇ ਅੰਦਰ ਕੀ ਹੁੰਦੇ ਨੇ ਜੀ, ਇਹਦੇ ਅੰਦਰ ਕਾਫੀ ਤਰ੍ਹਾਂ ਦੇ ਨਾ ਉਹ ਬਣੇ ਹੁੰਦੇ ਨੇ, ਰੋਮ ਬਣੇ ਹੁੰਦੇ ਨੇ, ਉਹਨਾਂ ਵਿੱਚ ਉਹ ਕੀਟ ਪਤੰਗ ਫਸ ਜਾਂਦੇ ਨੇ। ਇਸ ਕਰਕੇ ਉਹ ਕੀਟ ਪਤੰਗ ਬਾਹਰ ਨਹੀਂ ਆ ਸਕਦੇ ਅਤੇ ਅੰਦਰ ਹੀ ਮਰ ਜਾਂਦੇ ਨੇ ਅਤੇ ਫਿਰ ਕੀ ਕਰਦਾ ਜੀ, ਇਹ ਪੌਦਾ ਉਹਨਾਂ ਨੂੰ ਖਾ ਲੈਂਦਾ। ਇਹਨੂੰ ਕਹਿੰਦੇ ਨੇ ਜੀ ਕੀਟਾਹਾਰੀ ਪੌਦੇ। ਅੱਗੋਂ ਪੜ੍ਹਦੇ ਹਾਂ। ਬੂਝੋ ਹੈਰਾਨ ਹੈ, ਜੇ ਘੜਾ ਬੂਟੀ ਪੌਦਾ ਹਰਾ ਹੁੰਦਾ ਹੈ ਤੇ ਪ੍ਰਕਾਸ਼ ਸੰਸਲੇਸ਼ਨ ਕਰਦਾ ਹੈ ਤਾਂ ਇਹ ਕੀਟਾਂ ਨੂੰ ਕਿਉਂ ਖਾਂਦਾ ਹੈ? ਕਹਿੰਦਾ ਹੈ ਜੀ ਬੂਝੋ ਰਾਈਟਰ ਦਾ ਫਰੈਂਡ ਹੈ, ਉਹ ਬੜਾ ਹੈਰਾਨ ਹੈ। ਕਹਿੰਦਾ ਜਿਹੜਾ ਘੜਾ ਬੂਟੀ ਤੁਸੀਂ ਪੌਦਾ ਵੇਖਿਆ, ਜਿਹਨੂੰ ਪਿੱਚਰ ਪੌਦਾ ਵੀ ਬੋਲਦੇ ਨੇ, ਉਹ ਹਰੇ ਰੰਗ ਦਾ ਨਜ਼ਰ ਆਉਂਦਾ ਹੈ। ਜੇ ਹਰੇ ਰੰਗ ਦਾ ਹੈਗਾ ਤੇ ਪ੍ਰਕਾਸ਼ ਸੰਸਲੇਸ਼ਨ ਵੀ ਕਰਦਾ ਹੋਊਗਾ, ਫਿਰ ਕੀਟਾਂ ਨੂੰ ਕਿਉਂ ਖਾਂਦਾ ਹੈ? ਹਾਂ, ਘੜਾ ਬੂਟੀ ਪੌਦਾ ਹਰਾ ਹੁੰਦਾ ਹੈ ਤੇ ਪ੍ਰਕਾਸ਼ ਸੰਸਲੇਸ਼ਨ ਕਰਦਾ ਹੈ, ਪਰ ਜੋ ਉਸ ਨੂੰ ਨਾਈਟ੍ਰੋਜਨ ਚਾਹੀਦਾ ਹੈ ਉਹ ਇਹਨਾਂ ਕੀਟਾਂ ਤੋਂ ਪ੍ਰਾਪਤ ਕਰਦਾ ਹੈ, ਜੋ ਉਸ ਨੂੰ ਆਪਣੇ ਆਲੇ ਦੁਆਲੇ ਤੋਂ ਪ੍ਰਾਪਤ ਨਹੀਂ ਹੁੰਦੀ, ਇਸ ਲਈ ਇਹਨਾਂ ਕੀਟਾਂ ਨੂੰ ਖਾਂਦਾ ਹੈ। ਪਤਾ ਲੱਗ ਗਿਆ ਜੀ, ਘੜਾ ਬੂਟੀ ਪੌਦਾ ਜਿਹੜਾ ਹਰਾ ਹੁੰਦਾ ਵਾ ਉਹ ਇਹਨਾਂ ਕੀਟਾਂ ਨੂੰ ਕਿਉਂ ਖਾਂਦਾ ਹੈ? ਕਿਉਂਕਿ ਪ੍ਰਕਾਸ਼ ਸੰਸਲੇਸ਼ਨ ਤੇ ਕਰਦਾ ਹੈ, ਪਰ ਜਿਹੜੇ ਨਾਈਟ੍ਰੋਜਨ ਚਾਹੀਦੀ ਹੁੰਦੀ ਹੈ ਉਹਨੂੰ ਆਪਣੇ ਆਲੇ ਦੁਆਲੇ ਤੋਂ ਨਹੀਂ ਮਿਲਦੀ, ਉਹ ਇਹਨਾਂ ਕੀਟਾਂ ਨੂੰ ਖਾ ਕੇ ਉਹਨਾਂ ਤੋਂ ਨਾਈਟ੍ਰੋਜਨ ਨੂੰ ਪ੍ਰਾਪਤ ਕਰਦਾ ਹੈ। ਅੱਗੋਂ ਗੱਲ ਕਰ ਰਹੇ ਹਾਂ ਜੀ 1.4 ਮ੍ਰਿਤ ਆਹਾਰੀ ਜੀਵ। ਮ੍ਰਿਤ ਆਹਾਰੀ ਜੀਵ ਕਿਹੜੇ ਹੁੰਦੇ ਨੇ, ਉਹਨਾਂ ਬਾਰੇ ਪੜ੍ਹਨ ਚੱਲੇ ਹਾਂ। ਉਹ ਜੀਵ ਜਿਹੜਾ ਆਪਣਾ ਪੋਸ਼ਣ ਮ੍ਰਿਤ ਅਤੇ ਅਪਘਟਿਤ ਜੈ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਮ੍ਰਿਤ ਆਹਾਰੀ ਜੀਵ ਕਹਿੰਦੇ ਹਨ, ਜਿਵੇਂ ਉੱਲੀ ਅਤੇ ਖੁੰਭਾਂ ਆਦਿ। ਕਹਿੰਦੇ ਨੇ ਜੀ ਉਹ ਜੀਵ ਜੰਤੂ ਜਿਹੜਾ ਆਪਣਾ ਪੋਸ਼ਣ ਮਰੇ ਹੋਇਆਂ ਤੋਂ, ਠੀਕ ਹੈ ਜੀ, ਜਾਂ ਗਲੇ ਸੜੇ ਪਦਾਰਥਾਂ ਤੋਂ ਪ੍ਰਾਪਤ ਕਰਨ, ਉਹਨਾਂ ਨੂੰ ਕਿਹੜੇ ਕਹਿੰਦੇ ਨੇ ਜੀ, ਮ੍ਰਿਤ ਆਹਾਰੀ ਜੀਵ। ਅੱਗੋਂ ਗੱਲ ਕਰ ਰਹੇ ਹਾਂ ਜੀ ਕਿਰਿਆ 1.2। ਇੱਕ ਕਿਰਿਆ ਕਰਨ ਲੱਗੇ ਹਾਂ ਜੀ। ਕਹਿੰਦਾ ਬ੍ਰੈਡ ਡਬਲ ਰੋਟੀ ਦਾ ਟੁਕੜਾ ਲੈ ਕੇ ਉਸ ਨੂੰ ਪਾਣੀ ਵਿੱਚ ਭਿਓਂ ਦਿਓ। ਇੱਕ ਬ੍ਰੈਡ ਲੈਣੀ ਹੈ ਜੀ, ਉਹਨੂੰ ਨਾ ਥੋੜ੍ਹੇ ਪਾਣੀ ਵਿੱਚ ਭਿਓਂ ਕੇ ਰੱਖਣਾ। ਇਸ ਨੂੰ ਕਿਸੇ ਸਿੱਲੇ ਅਤੇ ਗਰਮ ਥਾਂ 'ਤੇ 2-3 ਦਿਨਾਂ ਲਈ ਰੱਖ ਦਿਓ। ਫਿਰ ਸਿੱਲੇ ਥਾਂ 'ਤੇ ਰੱਖਣਾ ਕਿੰਨੇ ਦਿਨਾਂ ਲਈ? 2 ਜਾਂ 3 ਦਿਨਾਂ ਲਈ। ਫਿਰ ਉਸ ਉੱਤੇ ਰੂੰ ਵਰਗੀਆਂ ਸੰਰਚਨਾਵਾਂ ਦਿਖਾਈ ਦੇਣ ਲੱਗਣਗੀਆਂ। ਇਹ ਸੰਰਚਨਾਵਾਂ ਚਿੱਟੇ, ਹਰੇ, ਭੂਰੇ ਜਾਂ ਕਿਸੇ ਹੋਰ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਹੋ ਸਕਦੀਆਂ ਹਨ। ਸੂਖਮਦਰਸ਼ੀ ਦੀ ਮਦਦ ਨਾਲ ਇਹਨਾਂ ਨੂੰ ਵੇਖੋ, ਤੁਹਾਨੂੰ ਰੂੰ ਦੇ ਧਾਗੇ ਵਰਗੀਆਂ ਸੰਰਚਨਾਵਾਂ ਦਿਖਾਈ ਦੇਣਗੀਆਂ। ਇਹ ਜੀਵ ਉੱਲੀ ਖਵਾਉਂਦੇ ਹਨ। ਕਹਿੰਦਾ ਹੈ ਜੀ ਬ੍ਰੈਡ ਨੂੰ 2-3 ਦਿਨ ਹੀ ਰੱਖ ਵੀ ਦਿੱਤਾ, ਫਿਰ ਤੁਹਾਨੂੰ ਉਹਦੇ ਵਿੱਚ ਕੀ ਨਜ਼ਰ ਆਏਗਾ? ਕੁਛ ਨਾ ਰੂੰ ਵਾਂਗੂ ਦੇ ਉੱਪਰ ਲੱਗਿਆ ਨਜ਼ਰ ਆਵੇਗਾ। ਉਹ ਕਿਹੜੇ ਰੰਗ ਦੇ ਹੋ ਸਕਦੇ? ਜਾਂ ਹਰੇ ਰੰਗ ਦੇ, ਜਾਂ ਭੂਰੇ ਰੰਗ ਦੇ ਵੀ ਹੋ ਸਕਦੇ, ਜਾਂ ਕਿਸੇ ਹੋਰ ਰੰਗ ਦੇ ਵੀ ਹੋ ਸਕਦੇ ਨੇ। ਕਹਿੰਦਾ ਫਿਰ ਸੂਖਮਦਰਸ਼ੀ ਨਾਲ ਵੇਖਿਓ, ਇਹਨਾਂ 'ਤੇ ਨਾ ਧਾਗੇ ਵਾਂਗੂ ਸੰਰਚਨਾਵਾਂ ਦਿਖਾਈ ਦਿੰਦੀਆਂ ਨੇ, ਉਹਨਾਂ ਨੂੰ ਕੀ ਬੋਲਦੇ ਨੇ ਜੀ? ਉੱਲੀ ਬੋਲਦੇ ਨੇ। ਇਸ ਤਰ੍ਹਾਂ ਬ੍ਰੈਡ ਨੂੰ ਉੱਲੀ ਲੱਗਦੀ ਹੈ। ਬੂਝੋ ਜਾਣਨਾ ਚਾਹੁੰਦਾ ਹੈ ਕਿ ਇਹ ਜੀਵ ਉੱਲੀ ਆਪਣਾ ਭੋਜਨ ਕਿਸ ਤਰ੍ਹਾਂ ਪ੍ਰਾਪਤ ਕਰਦੇ ਹਨ। ਇਹਨਾਂ ਵਿੱਚ ਪ੍ਰਾਣੀਆਂ ਦੇ ਵਾਂਗ ਮੂੰਹ ਨਹੀਂ ਹੁੰਦਾ, ਇਹ ਹਰੇ ਪੌਦਿਆਂ ਦੇ ਵਾਂਗ ਵੀ ਨਹੀਂ ਹੁੰਦੇ, ਇਹਨਾਂ ਵਿੱਚ ਕਲੋਰੋਫਿਲ ਵੀ ਨਹੀਂ ਹੁੰਦਾ, ਇਸ ਲਈ ਇਹ ਆਪਣਾ ਭੋਜਨ ਕਿਵੇਂ ਪ੍ਰਾਪਤ ਕਰਦੇ ਹਨ। ਬੂਝੋ ਰਾਈਟਰ ਦਾ ਫਰੈਂਡ, ਉਹਦੇ ਮਨ 'ਚ ਕੁਐਸਚਨ ਚੱਲ ਰਿਹਾ ਕਿ ਜਿਹੜਾ ਉੱਲੀ ਆ ਜੀਵ ਲੱਗਦਾ ਪਿਆ ਬ੍ਰੈਡ ਦੇ ਉੱਪਰ, ਕਹਿੰਦਾ ਜੀ ਨਾ ਤਾਂ ਇਹ ਪ੍ਰਾਣੀਆਂ ਵਾਂਗ ਹੈਗਾ, ਨਾ ਤਾਂ ਇਹਦਾ ਮੂੰਹ ਹੈਗਾ, ਠੀਕ ਹੈ, ਨਾ ਹੀ ਹਰਾ ਤਾਂ ਜੋ ਪ੍ਰਕਾਸ਼ ਸੰਸਲੇਸ਼ਨ ਕਰ ਸਕੇ, ਅਤੇ ਨਾ ਹੀ ਜੰਤੂਆਂ ਵਰਗਾ ਹੈਗਾ, ਅਤੇ ਆਪਣਾ ਭੋਜਨ ਕਿਵੇਂ ਖਾਂਦਾ ਹੋਊਗਾ? ਕਿਉਂਕਿ ਦੁਨੀਆ ਦੇ ਜਿੰਨੇ ਵੀ ਜੀਵ ਜੰਤੂ ਨੇ, ਜੀਵਿਤ ਰਹਿਣ ਲਈ ਕੀ ਚਾਹੀਦਾ? ਉਹਨਾਂ ਨੂੰ ਭੋਜਨ ਚਾਹੀਦਾ, ਅਤੇ ਇਹ ਭੋਜਨ ਕਿਵੇਂ ਪ੍ਰਾਪਤ ਕਰਦੇ ਹਨ? ਇਹ ਜੀਵ ਉੱਲੀ ਮ੍ਰਿਤ ਜਾਂ ਸੜਨ ਵਾਲੀਆਂ ਵਸਤੂਆਂ ਦੀ ਸਤ੍ਹਾ ਉੱਤੇ ਕੁਝ ਪਾਚਕ ਰਸਾ ਕਰਦੇ ਹਨ, ਜਿਸ ਨਾਲ ਉਹ ਘੋਲ ਦੇ ਰੂਪ ਵਿੱਚ ਪਰਿਵਰਤਿਤ ਹੋ ਜਾਂਦੇ ਹਨ। ਇਸ ਘੋਲ ਦਾ ਭੋਜਨ ਦੇ ਰੂਪ ਵਿੱਚ ਸ਼ੋਖਣ ਕਰਦੇ ਹਨ। ਕਹਿੰਦਾ ਹੈ ਜੀ ਜਿਹੜੇ ਜੀਵ ਹੁੰਦੇ ਨੇ, ਉੱਲੀ ਹੁੰਦੀ ਹੈ, ਇਹ ਕਿਸੇ ਨਾ ਜਿਹੜੀ ਚੀਜ਼ 'ਤੇ ਲੱਗਦੀ ਹੈ, ਮਰੀ ਹੋਈ ਚੀਜ਼ ਉੱਪਰ ਪੈਦਾ ਹੁੰਦੀ ਹੈ, ਜਿਸ ਤਰ੍ਹਾਂ ਸਿੱਲੀ ਚੀਜ਼ ਦੇ ਪੈਦਾ ਹੁੰਦੀ ਹੈ, ਉਹਦੇ ਉੱਪਰ ਕੀ ਕਰਦੇ ਨੇ ਜੀ, ਉਸ ਸਤ੍ਹਾ ਦੇ ਉੱਪਰ ਨਾ ਕੁਝ ਪਾਚਕ ਰਸਾ ਚੱਲਦਾ, ਅਤੇ ਉਹ ਰਸਾਂ ਨੂੰ ਪੀ ਲੈਂਦੇ ਨੇ। ਉਹਨਾਂ ਨੂੰ ਜਦੋਂ ਰਸ ਪੀਂਦੇ ਨੇ, ਉਹ ਉਹਨਾਂ ਦਾ ਕੀ ਹੋ ਗਿਆ ਜੀ? ਭੋਜਨ ਹੋ ਗਿਆ। ਇਸ ਕਰਕੇ ਉਹ ਆਪਣਾ ਭੋਜਨ ਇਹਨਾਂ ਚੀਜ਼ਾਂ ਤੋਂ ਪ੍ਰਾਪਤ ਕਰਦੇ ਹਨ। ਹਾਂਜੀ, ਅੱਗੋਂ ਗੱਲ ਕਰ ਰਹੇ ਹਾਂ ਜੀ ਮ੍ਰਿਤ ਜੀਵੀ ਪੋਸ਼ਣ ਵਿਧੀ, ਕਿ ਮ੍ਰਿਤ ਜੀਵੀ ਪੋਸ਼ਣ ਵਿਧੀ ਕਿਹੜੀ ਹੁੰਦੀ ਹੈ। ਇਸ ਪੋਸ਼ਣ ਪ੍ਰਣਾਲੀ ਵਿੱਚ ਕਹਿੰਦਾ ਮ੍ਰਿਤ ਜੀਵੀ ਪੋਸ਼ਣ ਪ੍ਰਣਾਲੀ ਵਿੱਚ ਕੀ ਹੁੰਦਾ ਹੋਊਗਾ? ਜਿਸ ਵਿੱਚ ਜੀਵ ਕਿਸੇ ਮ੍ਰਿਤ ਜਾਂ ਵਿਘਟਿਤ ਜੈਵਿਕ ਪਦਾਰਥਾਂ ਤੋਂ ਪੋਸ਼ਕ ਤੱਤ ਪ੍ਰਾਪਤ ਕਰਦੇ ਹਨ, ਇਹ ਮ੍ਰਿਤ ਜੀਵੀ ਪੋਸ਼ਣ ਵਿਧੀ ਅਖਵਾਉਂਦੀ ਹੈ। ਕਹਿੰਦਾ ਇਹਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਵੀ ਜੀਵ ਜੰਤੂ ਜਾਂ ਕਿਸੇ ਮਰੇ ਹੋਏ ਤੋਂ ਜਾਂ ਵਿਘਟਿਤ ਗਲੇ ਸੜੇ ਜੈਵਿਕ ਪਦਾਰਥਾਂ ਤੋਂ ਆਪਣੇ ਪੋਸ਼ਕ ਤੱਤ ਪ੍ਰਾਪਤ ਕਰਦੇ ਨੇ, ਉਹਨਾਂ ਨੂੰ ਬੋਲਦੇ ਨੇ ਮ੍ਰਿਤ ਜੀਵੀ ਪੋਸ਼ਣ ਵਿਧੀ। ਕਹਿੰਦਾ ਜੀ ਕਿਸੇ ਮਰੇ ਹੋਏ ਜੀਵ ਜੰਤੂ ਤੋਂ, ਠੀਕ ਹੈ ਜੀ, ਜਾਂ ਕਿਸੇ ਗਲੇ ਸੜੇ ਪਦਾਰਥਾਂ ਤੋਂ ਆਪਣੇ ਪੋਸ਼ਕ ਤੱਤ, ਜੋ ਉਹਨਾਂ ਨੂੰ ਜ਼ਰੂਰੀ ਤੱਤ ਚਾਹੀਦੇ ਨੇ, ਉਹਨਾਂ ਤੋਂ ਪ੍ਰਾਪਤ ਕਰਦੇ ਨੇ। ਇਸ ਵਿਧੀ ਨੂੰ ਕੀ ਬੋਲਦੇ ਨੇ ਜੀ? ਮ੍ਰਿਤ ਜੀਵੀ ਪੋਸ਼ਣ ਵਿਧੀ। ਮ੍ਰਿਤ ਜੀਵੀ
पोषण प्रणाली की वरतों करने वाले पौधे मृत आहारी पौधे होंदे हन। ठीक है जी, जिहड़ा मृत जीव पोषण प्रणाली वरतदा होगा वो भी तो मृत आहारी पौधे होणगे, जिवें उल्ली। ठीक है जी, ये चमड़े, अचार ते कपड़े ते होर पदार्थां उत्ते उगदी है। उल्ली कित्थे उगदी है? चमड़े ते, अचार ते जां किसी होर पदार्थां ते उगदी है। कुछ उल्लियां दी वरतों दवाई ते खाण लई भी कीती जांदी है। कुछ उल्लियां साडे लई फायदेमंद भी हुंदियां ने, ठीक है जी, ते कुछ नुकसानदायक भी हुंदियां ने। अगों गल कर रहे हैं जी सहजीवी संबंध। कुछ जीव एक दूजे दे नाल रहिंदे हन ਅਤੇ ਆਪਣਾ ਆਸਰਾ ਤੇ ਪੋਸ਼ਕ ਤੱਤ ਇੱਕ ਦੂਜੇ ਨਾਲ ਵੰਡਦੇ ਹਨ। ਇਹਨਾਂ ਨੂੰ ਸਹਿਜੀਵੀ ਸੰਬੰਧ ਕਹਿੰਦੇ ਹਨ। ਕਹਿੰਦਾ ਜੀ ਕੁਝ ਜੀਵ ਇੱਕ ਦੂਜੇ ਨਾਲ ਰਹਿੰਦੇ ਨੇ, ਕੋਈ ਜੀਵ ਹੋਣਗੇ ਜਾਂ ਇੱਕ ਜਾਂ ਦੋ ਆਪਸ ਰਹਿੰਦੇ ਹੋਣਗੇ। ਉਹ ਕਿਉਂ ਰਹਿੰਦੇ ਨੇ ਜੀ? ਇੱਕ ਦੂਜੇ ਤੋਂ ਬਗੈਰ ਦੋਨੇ ਅਧੂਰੇ ਨੇ। ਇੱਕ ਚੀਜ਼ ਦੂਸਰਾ ਦੇਵੇਗਾ ਤਾਂ ਆਪਣਾ ਖਾਣਾ ਬਣਾਉਂਦਾ ਹੋਊਗਾ, ਇੱਕ ਚੀਜ਼ ਉਹਦੇ ਵਾਸਤੇ ਫਾਇਦੇਮੰਦ ਹੈ, ਦੂਸਰਾ ਉਹਦੇ ਵਾਸਤੇ ਫਾਇਦੇਮੰਦ ਹੈ। ਜੇਕਰ ਇੱਕ ਜਣਾ ਦੂਸਰੇ ਨੂੰ ਆਪਣਾ ਭੋਜਨ ਨਹੀਂ ਦੇਵੇਗਾ ਜਾਂ ਕੋਈ ਚੀਜ਼ ਨਵੀਂ ਦੇਵੇਗਾ ਤਾਂ ਦੂਸਰਾ ਵੀ ਜੀਵਿਤ ਨਹੀਂ ਰਹਿ ਸਕਦਾ। ਇਹਨਾਂ ਨੂੰ ਕੀ ਬੋਲਦੇ ਨੇ ਜੀ? ਸਹਿਜੀਵੀ ਸੰਬੰਧ। ਜਿਵੇਂ ਲਾਈਕੇਨ ਕਹੇ ਜਾਣ ਵਾਲੇ ਕੁਝ ਸੰਜੀਵਾਂ ਵਿੱਚ ਦੋ ਹਿੱਸੇਦਾਰ ਹੁੰਦੇ ਨੇ। ਉਹਨੇ ਐਗਜ਼ਾਮਪਲ ਲਿੱਤੀ ਹੈ ਜੀ ਲਾਈਕੇਨ ਦੀ। ਇਹਦੇ ਵਿੱਚ ਕੀ ਹੁੰਦਾ ਜੀ? ਦੋ ਸੰਜੀਵ ਹੁੰਦੇ ਹੋਣਗੇ। ਇਹਨਾਂ ਵਿੱਚ ਇੱਕ ਕਾਈ ਹੁੰਦੀ ਹੈ ਤੇ ਦੂਜੀ ਉੱਲੀ। ਦੋ ਸੰਜੀਵ ਕਿਹੜੇ ਜੰਤੂ ਨੇ ਜੀ? ਇੱਕ ਕਾਈ ਦਾ ਨਾਂ ਲੈ ਰਿਹਾ ਜੀ, ਇੱਕ ਉੱਲੀ ਦਾ ਨਾਂ ਲੈ ਰਿਹਾ। ਕਾਈ ਵਿੱਚ ਕਲੋਰੋਫਿਲ ਮੌਜੂਦ ਹੁੰਦੀ ਹੈ। ਕਾਈ ਹਰੇ ਰੰਗ ਦੀ ਹੁੰਦੀ ਹੈ ਨਾ, ਇਸ ਕਰਕੇ ਇਹਦੇ ਵਿੱਚ ਕੀ ਹੁੰਦੀ ਹੈ ਜੀ? ਕਲੋਰੋਫਿਲ ਹੁੰਦੀ ਹੈ। ਜਦੋਂ ਕਿ ਉੱਲੀ ਵਿੱਚ ਕਲੋਰੋਫਿਲ ਨਹੀਂ ਹੁੰਦੀ। ਅਸੀਂ ਹੁਣੇ ਪੜ੍ਹਿਆ ਜੀ ਉੱਲੀ ਵਿੱਚ ਕਲੋਰੋਫਿਲ ਨਹੀਂ ਹੁੰਦੀ। ਉੱਲੀ ਕਾਈ ਨੂੰ ਰਹਿਣ ਲਈ ਥਾਂ, ਪਾਣੀ ਅਤੇ ਪੋਸ਼ਕ ਤੱਤ ਦਿੰਦੀ ਹੈ ਤੇ ਬਦਲੇ ਵਿੱਚ ਕਾਈ ਪ੍ਰਕਾਸ਼ ਸੰਸਲੇਸ਼ਨ ਦੁਆਰਾ ਬਣਿਆ ਭੋਜਨ ਉੱਲੀ ਨੂੰ ਦਿੰਦੀ ਹੈ। ਇਸ ਲਈ ਗੱਲ ਕਹਿ ਰਿਹਾ ਜੀ ਉੱਲੀ ਕਾਈ ਨੂੰ ਆਪਣੇ ਕੋਲ ਰਹਿਣ ਦਿੰਦੀ ਆ। ਠੀਕ ਹੈ ਜੀ, ਉਹਨੂੰ ਕੀ ਦਿੰਦੀ ਵੀ ਪਾਣੀ, ਪੋਸ਼ਕ ਤੱਤ ਦਿੰਦੀ ਹੈ ਤੇ ਫਿਰ ਕੀ ਕਰਦੀ ਹੈ? ਕਾਈ ਉਸ ਦੇ ਬਦਲੇ ਵਿੱਚ ਪ੍ਰਕਾਸ਼ ਸੰਸਲੇਸ਼ਨ ਤਾਂ ਕਰਦੀ ਹੈ, ਭੋਜਨ ਤਾਂ ਬਣਾਉਂਦੀ ਹੈ ਤੇ ਆਪਣਾ ਭੋਜਨ ਕਿਹਨੂੰ ਦਿੰਦੀ ਹੈ? ਉੱਲੀ ਨੂੰ ਦਿੰਦੀ ਹੈ। ਇਸ ਕਰਕੇ ਜੇਕਰ ਉੱਲੀ ਕਾਈ ਨੂੰ ਰਹਿਣ ਵਾਸਤੇ ਜਗ੍ਹਾ ਦੇਵੇਗੀ ਤੇ ਕਾਈ ਆਪਣਾ ਭੋਜਨ ਉੱਲੀ ਨੂੰ ਦਿੰਦੀ ਖਾਣ ਵਾਸਤੇ। ਇਸ ਕਰਕੇ ਦੋਨਾਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਇੱਕ ਦੂਜੇ ਦਾ ਆਸਰਾ। ਇਹਨੂੰ ਕੀ ਬੋਲਾਂਗੇ ਜੀ? ਸਹਿਜੀਵੀ ਸੰਬੰਧ। ਅੱਗੋਂ ਗੱਲ ਕਰ ਰਹੇ ਹਾਂ ਜੀ 1.5 ਮਿੱਟੀ ਵਿੱਚ ਪੋਸ਼ਕਾਂ ਦੀ ਦੁਬਾਰਾ ਪੂਰਤੀ ਕਿਸ ਤਰ੍ਹਾਂ ਹੁੰਦੀ ਹੈ। ਠੀਕ ਹੈ ਜੀ, ਅਸੀਂ ਗੱਲ ਕੀਤੀ ਕਿ ਮਿੱਟੀ 'ਚ ਪੋਸ਼ਕ ਤੱਤ ਪਾਏ ਜਾਂਦੇ ਨੇ। ਕਹਿੰਦਾ ਜੀ ਜੇ ਦੁਬਾਰਾ ਪੋਸ਼ਕ ਤੱਤ ਲੈਣੇ ਹੋਣ ਤਾਂ ਕਿਸ ਤਰ੍ਹਾਂ ਲੈ ਸਕਦੇ ਨੇ? ਪੌਦੇ ਮਿੱਟੀ ਤੋਂ ਖਣਿਜ ਪੋਸ਼ਕ ਤੱਤ ਸੋਖਿਤ ਕਰਦੇ ਹਨ। ਇਸ ਲਈ ਮਿੱਟੀ ਵਿੱਚ ਇਹਨਾਂ ਤੱਤਾਂ ਨੂੰ ਭਰਪੂਰ ਰੱਖਣ ਲਈ ਭੂਮੀ ਵਿੱਚ ਖਾਦਾਂ ਤੇ ਰੇਹ ਮਿਲਾਉਣ ਦੀ ਜ਼ਰੂਰਤ ਹੁੰਦੀ ਹੈ। ਕਹਿੰਦਾ ਜੀ ਸਾਨੂੰ ਪਤਾ ਹੈ ਜੀ ਪੌਦੇ ਆਪਣੇ ਖਣਿਜ ਜਾਂ ਪੋਸ਼ਕ ਤੱਤ ਕਿੱਥੋਂ ਲੈਂਦੇ ਪਏ ਨੇ? ਮਿੱਟੀ 'ਚੋਂ ਲੈਂਦੇ ਪਏ ਨੇ ਅਤੇ ਲਗਾਤਾਰ ਫਿਰ ਮਿੱਟੀ ਵਿੱਚ ਇਹਨਾਂ ਦੀ ਮਾਤਰਾ ਘਟਦੀ ਹੋਵੇਗੀ ਅਤੇ ਸਾਨੂੰ ਇਹਨਾਂ ਦੀ ਮਾਤਰਾ ਵਧਾਉਣ ਲਈ ਕੀ ਕਰਨਾ ਚਾਹੀਦਾ? ਖਾਦਾਂ ਪਾਉਣੀਆਂ ਚਾਹੀਦੀਆਂ ਨੇ, ਰਸਾਇਣਿਕ ਖਾਦਾਂ ਯੂਜ਼ ਕਰਨੀਆਂ ਚਾਹੀਦੀਆਂ ਨੇ, ਰੇਹ ਵਗੈਰਾ ਪਾਉਣੀ ਪੈਂਦੀ ਹੈ। ਪੌਦਿਆਂ ਨੂੰ ਪ੍ਰੋਟੀਨ ਬਣਾਉਣ ਲਈ ਆਮ ਤੌਰ 'ਤੇ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਹੈ। ਪੌਦਿਆਂ ਨੂੰ ਪ੍ਰੋਟੀਨ ਬਣਾਉਣ ਲਈ ਕੀ ਚਾਹੀਦਾ ਜੀ? ਨਾਈਟ੍ਰੋਜਨ ਚਾਹੀਦਾ। ਹਵਾ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਹਾਂਜੀ, ਹਵਾ ਵਿੱਚ ਜਿਹੜੀ ਗੈਸ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਉਹ ਕਿਹੜੀ ਹੈ ਜੀ? ਨਾਈਟ੍ਰੋਜਨ। ਹਵਾ ਵਿੱਚ 78% ਜਿਹੜੀ ਗੈਸ ਪਾਈ ਜਾਂਦੀ ਹੈ ਉਹ ਕਿਹੜੀ ਹੈ? ਨਾਈਟ੍ਰੋਜਨ। ਪਰੰਤੂ ਪੌਦਿਆਂ ਵਿੱਚ ਨਾਈਟ੍ਰੋਜਨ ਦਾ ਸੋਖਣ ਨਹੀਂ ਹੋ ਸਕਦਾ ਜਿਵੇਂ ਕਾਰਬਨ ਡਾਈਆਕਸਾਈਡ ਦਾ ਹੁੰਦਾ ਹੈ। ਅਸੀਂ ਪਹਿਲਾਂ ਪੜ੍ਹਿਆ ਜੀ ਪਿਛਲੇ ਚੈਪਟਰ 'ਚ, ਪਿਛਲੇ ਆਪਾਂ ਗੱਲ ਕੀਤੀ ਟੌਪਿਕ ਦੇ ਵਿੱਚ, ਕਹਿੰਦਾ ਜੀ ਕਿ ਪੌਦੇ ਨਾਈਟ੍ਰੋਜਨ ਦਾ ਸੋਖਣ ਨਹੀਂ ਕਰ ਸਕਦੇ, ਹਵਾ ਦੇ ਰੂਪ 'ਚ ਨਹੀਂ ਕਰ ਸਕਦੇ ਜਿਸ ਤਰ੍ਹਾਂ ਉਹ ਕਾਰਬਨ ਡਾਈਆਕਸਾਈਡ ਦਾ ਕਰਦੇ ਨੇ। ਕਿਸ ਤਰ੍ਹਾਂ ਕਰਦੇ ਨੇ ਜੀ ਕਾਰਬਨ ਡਾਈਆਕਸਾਈਡ ਦਾ? ਕਿਉਂਕਿ ਹਰੇ ਪੱਤਿਆਂ ਦੇ ਉੱਪਰ ਛੇਕ ਪਾਏ ਜਾਂਦੇ ਨੇ ਜਿਸ ਨੂੰ ਕੀ ਬੋਲਦੇ ਨੇ? ਸਟੋਮੈਟਾ। ਉਹ ਸਟੋਮੈਟਾ ਕਾਹਦੇ ਵਾਸਤੇ ਹੁੰਦਾ ਜੀ? ਕਿ ਹਵਾ ਵਿੱਚ ਕਾਰਬਨ ਡਾਈਆਕਸਾਈਡ ਗੈਸ ਨੂੰ ਆਪਣੇ ਅੰਦਰ ਅਬਜ਼ੌਰਬ ਕਰਦੇ ਨੇ। ਇਕੱਲੇ ਪੱਤੇ ਕਾਰਬਨ ਡਾਈਆਕਸਾਈਡ ਨੂੰ ਆਪਣੇ ਅੰਦਰ ਅਬਜ਼ੌਰਬ ਕਰ ਸਕਦੇ ਨੇ ਤੇ ਨਾ ਕਿ ਨਾਈਟ੍ਰੋਜਨ ਨੂੰ ਨਹੀਂ ਕਰ ਸਕਦੇ। ਪੌਦੇ ਨਾਈਟ੍ਰੋਜਨ ਨੂੰ ਘੋਲ ਰੂਪ ਵਿੱਚ ਸੋਖਿਤ ਕਰਦੇ ਹਨ। ਕੁਝ ਜੀਵਾਣੂ ਜੋ ਰਾਈਜ਼ੋਬੀਅਮ ਅਖਵਾਉਂਦੇ ਹਨ ਵਾਯੂਮੰਡਲੀ ਨਾਈਟ੍ਰੋਜਨ ਨੂੰ ਘੋਲ ਪਦਾਰਥਾਂ ਵਿੱਚ ਪਰਿਵਰਤਿਤ ਕਰਦੇ ਹਨ। ਕਹਿੰਦਾ ਜੀ ਪੌਦੇ ਨਾਈਟ੍ਰੋਜਨ ਨੂੰ ਘੋਲ ਦੇ ਰੂਪ ਵਿੱਚ ਲੈ ਸਕਦੇ ਆਪਣੇ ਅੰਦਰ, ਉਸ ਤਰ੍ਹਾਂ ਨਹੀਂ। ਤੇ ਘੋਲ ਕੌਣ ਬਣਾਉਂਦਾ? ਮਿੱਟੀ ਵਿੱਚ ਕੁਝ ਜੀਵਾਣੂ ਹੁੰਦੇ ਨੇ, ਠੀਕ ਹੈ ਜੀ, ਕੁਝ ਬੈਕਟੀਰੀਆ ਹੁੰਦੇ ਨੇ ਜਿਹਨਾਂ ਦਾ ਨਾਮ ਕੀ ਹੈ ਜੀ? ਰਾਈਜ਼ੋਬੀਅਮ। ਇਹ ਰਾਈਜ਼ੋਬੀਅਮ ਕੀ ਕਰਦੇ ਨੇ? ਇਹਨਾਂ ਸਾਰੇ ਜਿਹੜੀ ਹਵਾ ਵਿੱਚ ਗੈਸ ਹੁੰਦੀ ਨਾਈਟ੍ਰੋਜਨ, ਇਹਨਾਂ ਨੂੰ ਘੋਲ ਦੇ ਵਿੱਚ ਚੇਂਜ ਕਰ ਦਿੰਦੀ ਹੈ। ਪਰੰਤੂ ਰਾਈਜ਼ੋਬੀਅਮ ਆਪਣਾ ਭੋਜਨ ਖੁਦ ਨਹੀਂ ਬਣਾ ਸਕਦੇ। ਕਹਿੰਦੇ ਜੀ ਰਾਈਜ਼ੋਬੀਅਮ ਨਾਂ ਦਾ ਬੈਕਟੀਰੀਆ ਜਿਹੜਾ ਜੀਵਾਣੂ ਉਹ ਆਪਣਾ ਖਾਣਾ ਖੁਦ ਨਹੀਂ ਬਣਾ ਸਕਦਾ। ਇਹ ਛੋਲੇ, ਮਟਰ, ਮੂੰਗੀ, ਸੇਮ ਤੇ ਹੋਰ ਫਲੀਦਾਰ ਪੌਦੇ ਦੀਆਂ ਜੜ੍ਹਾਂ ਵਿੱਚ ਹੁੰਦੇ ਨੇ। ਰਾਈਜ਼ੋਬੀਅਮ ਕਿੱਥੇ ਪਾਇਆ ਜਾਂਦਾ ਹੈ ਜੀ? ਛੋਲੇ ਹੋ ਗਏ, ਮਟਰ ਹੋ ਗਏ, ਮੂੰਗੀ, ਸੇਮ ਤੇ ਹੋਰ ਫਲੀਦਾਰ ਪੌਦਿਆਂ ਦੀ ਜੜ੍ਹਾਂ ਵਿੱਚ ਪਾਇਆ ਜਾਂਦਾ ਹੈ। ਉਹਨਾਂ ਨੂੰ ਨਾਈਟ੍ਰੋਜਨ ਦੀ ਸਪਲਾਈ ਕਰਦੇ ਹਨ। ਇਸ ਦੇ ਬਦਲੇ ਪੌਦੇ ਰਾਈਜ਼ੋਬੀਅਮ ਜੀਵਾਣੂ ਆਸਰਾ ਤੇ ਭੋਜਨ ਪ੍ਰਦਾਨ ਕਰਦੇ ਹਨ। ਇਸ ਲਈ ਇਹਨਾਂ ਨੂੰ ਸਹਿਜੀਵੀ ਸੰਬੰਧ ਵੀ ਕਹਿੰਦੇ ਹਨ। ਠੀਕ ਹੈ ਜੀ, ਕਿਉਂਕਿ ਰਾਈਜ਼ੋਬੀਅਮ ਬੈਕਟੀਰੀਆ ਕਿੱਥੇ ਪਾਇਆ ਜਾਂਦਾ? ਫਲੀਦਾਰ ਪੌਦੇ ਦੀ ਜੜ੍ਹਾਂ ਵਿੱਚ, ਤੇ ਫਲੀਦਾਰ ਪੌਦਿਆਂ ਨੂੰ ਕੀ ਦਿੰਦਾ? ਨਾਈਟ੍ਰੋਜਨ ਦੇ ਰਿਹਾ ਤੇ ਫਲੀਦਾਰ ਪੌਦੇ ਬਦਲੇ ਵਿੱਚ ਰਾਈਜ਼ੋਬੀਅਮ ਨੂੰ ਖਾਣਾ ਦੇ ਰਹੇ ਨੇ। ਇਸ ਲਈ ਕਿਸਾਨ ਨੂੰ ਦਾਲਾਂ ਦੀਆਂ ਫਸਲਾਂ ਲਈ ਮਿੱਟੀ ਵਿੱਚ ਨਾਈਟ੍ਰੋਜਨ ਖਾਦ ਦੀ ਜ਼ਰੂਰਤ ਨਹੀਂ ਪੈਂਦੀ। ਇਸ ਲਈ ਜੇ ਕਿਸਾਨ ਜੋ ਦਾਲਾਂ ਬੀਜਦਾ ਤਾਂ ਨਾਈਟ੍ਰੋਜਨ ਖਾਦ ਨਹੀਂ ਪਾਉਂਦਾ, ਕਿਉਂਕਿ ਨਾਈਟ੍ਰੋਜਨ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਕਿੱਥੇ ਹੈ ਜੀ? ਉਹਨਾਂ ਦੀਆਂ ਜੜ੍ਹਾਂ ਵਿੱਚ ਹੀ ਰਾਈਜ਼ੋਬੀਅਮ ਨਾਂ ਦਾ ਬੈਕਟੀਰੀਆ ਪਾਇਆ ਜਾਂਦਾ ਹੈ।
ਇਹੀ ਨਹੀਂ, ਦਾਲ ਦੀ ਫਸਲ ਬਚਾਉਣ ਤੋਂ ਬਾਅਦ, ਉਗਾਉਣ ਤੋਂ ਬਾਅਦ ਅਗਲੀ ਫਸਲ ਲਈ ਵੀ ਆਮ ਤੌਰ 'ਤੇ ਖਾਦ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਜਿੰਨੀ ਸਾਨੂੰ ਨਾਈਟ੍ਰੋਜਨ ਦੀ ਲੋੜ ਪੈਂਦੀ ਹੈ ਮਿੱਟੀ ਨੂੰ, ਜਦੋਂ ਅਸੀਂ ਦਾਲ ਦੀ ਫਸਲ ਬੀਜਦੇ ਹਾਂ ਉਹਨੂੰ ਮਿੱਟੀ ਨੂੰ ਮਿਲ ਜਾਂਦੀ ਹੈ। ਇਹ ਸਾਰਾ ਕੁਝ ਪੜ੍ਹਿਆ ਸੀ ਕਿ ਮ੍ਰਿਤ ਜੀਵ ਪੋਸ਼ਣ ਕੀ ਹੁੰਦਾ ਹੈ, ਸਹਿਜੀਵੀ ਸੰਬੰਧ ਕੀ ਹੁੰਦਾ ਹੈ, ਪੋਸ਼ਕ ਤੱਤ ਕਿਵੇਂ ਪ੍ਰਦਾਨ ਕਰਦੇ ਆ, ਸਾਰਾ ਕੁਝ ਇਹਨੇ ਬਾਰੇ ਪੜ੍ਹਿਆ। ਤਾਂ ਹੁਣ ਸਾਡਾ ਨੈਕਸਟ ਕੰਮ ਕੀ ਹੈ ਜੀ, ਘਰ ਦਾ ਕੰਮ। ਮੈਂ ਤੁਹਾਨੂੰ ਕੁਝ ਕੁਐਸਚਨ ਆਨਸਰ ਦੇ ਰਹੀ ਹਾਂ ਜੀ, ਜੋ ਤੁਹਾਡੀ ਬੁੱਕ ਦੇ ਵਿੱਚ ਹੀ ਹੈ, ਬੈਕ ਸਾਈਡ ਦੇ ਮਗਰ ਦਿੱਤੇ ਗਏ ਨੇ, ਤੁਸੀਂ ਉਹ ਕਰਨੇ ਨੇ। ਆਓ ਵੇਖਦੇ ਹਾਂ ਜੀ ਤੁਹਾਡੀ ਬੁੱਕ ਦਾ ਕੁਐਸਚਨ ਨੰਬਰ 7 ਇਹਦੇ ਵਿੱਚ ਨਜ਼ਰ ਆ ਹੀ ਰਿਹਾ ਜੀ। ਕਹਿੰਦਾ ਜੀ ਇਹਦਾ ਦੱਸਣਾ ਕਿ ਤੁਸੀਂ ਇੱਕ ਨਾਮ ਦੱਸਣਾ ਇਹਨਾਂ ਦਾ। ਨੰਬਰ 1 ਕਮਜ਼ੋਰ ਤਣੇ ਵਾਲਾ ਪਰਜੀਵੀ ਪੌਦਾ, ਉਹ ਕਿਹੜਾ ਹੁੰਦਾ ਹੈ ਜੀ, ਤੁਸੀਂ ਉਹਦਾ ਨਾਮ ਲਿਖਣਾ। ਦੂਸਰਾ ਕੁਐਸਚਨ, ਇੱਕ ਪੌਦਾ ਜਿਸ ਵਿੱਚ ਸਵੈ ਪੋਸ਼ਣ ਅਤੇ ਬਿਖਮ ਪੋਸ਼ਣ ਦੋਵਾਂ ਦੀਆਂ ਪ੍ਰਣਾਲੀਆਂ ਮਿਲਦੀਆਂ ਹਨ, ਨਾਲੇ ਆਪਣਾ ਖਾਣਾ ਵੀ ਬਣਾਉਂਦਾ ਅਤੇ ਕੀੜ ਪਤੰਗਾਂ ਨੂੰ ਵੀ ਖਾਂਦਾ, ਉਹਦਾ ਨਾਮ ਦੱਸਣਾ ਤੁਸੀਂ। ਉਹ ਛਿੱਦਰ ਜਿਨ੍ਹਾਂ ਦੇ ਦੁਆਰਾ ਪੱਤਿਆਂ ਵਿੱਚ ਗੈਸਾਂ ਦਾ ਵਟਾਂਦਰਾ ਹੁੰਦਾ ਹੈ, ਕਹਿੰਦਾ ਜੀ ਉਹ ਛੇਕ, ਠੀਕ ਹੈ ਜੀ, ਉਹ ਸੂਖਮ ਛੋਟੇ ਛੋਟੇ ਛੇਕ ਜਿਨ੍ਹਾਂ ਵਿੱਚ ਪੱਤਿਆਂ ਵਿੱਚ ਹੁੰਦੇ ਨੇ, ਜਿਨ੍ਹਾਂ 'ਚ ਗੈਸ ਦਾ ਵਟਾਂਦਰਾ ਹੁੰਦਾ, ਉਸ ਨੂੰ ਕੀ ਕਹਿੰਦੇ ਹਨ। ਅਗਲਾ ਕੁਐਸਚਨ ਕੀ ਹੈ ਜੀ, ਅਮਰਵੇਲ ਉਦਾਹਰਨ ਹੈ ਕਿਸੇ ਦੀ। ਅਮਰਵੇਲ ਕਿਹਦੀ ਉਦਾਹਰਨ ਹੈ, ਸਵੈਪੋਸ਼ੀ ਦੀ, ਪਰਜੀਵੀ ਦੀ, ਮ੍ਰਿਤਜੀਵੀ ਦੀ ਕਿ ਪਰਪੋਸ਼ੀ ਦੀ। ਠੀਕ ਹੈ ਜੀ। ਅਗਲਾ ਕੁਐਸਚਨ, ਕੀਟਾਂ ਨੂੰ ਫੜ ਕੇ ਆਪਣਾ ਭੋਜਨ ਬਣਾਉਣ ਵਾਲੇ ਪੌਦੇ ਦਾ ਨਾਮ ਦੱਸੋ। ਅਮਰਵੇਲ, ਪਰਪੋਸ਼ਿਤ, ਘੜਾ ਬੂਟੀ ਕਿ ਗੁਲਾਬ। ਤੁਸੀਂ ਇਹਨਾਂ ਦੇ ਨਾਮ ਜਿਹੜਾ ਤੁਹਾਨੂੰ ਸਹੀ ਲੱਗਦਾ ਤੁਸੀਂ ਉਹਦਾ ਨਾਮ ਦੱਸਣਾ। ਅਗਲਾ ਕੁਐਸਚਨ ਹੈ ਜੀ, ਤੁਸੀਂ ਮਿਲਾਨ ਕਰਨੇ ਆ। ਠੀਕ ਹੈ ਜੀ। ਕਾਲਮ A ਦਿੱਤਾ ਗਿਆ, ਕਾਲਮ B ਦਿੱਤਾ ਗਿਆ, ਤੁਹਾਨੂੰ ਜਿਹੜੇ ਕਾਲਮ ਦਾ ਆਨਸਰ ਜੋ ਸਾਹਮਣੇ ਲੱਗਦਾ ਉਹ ਸਾਹਮਣੇ ਲਿਖਣਾ। ਜਿਵੇਂ ਦੇ ਦਿੱਤਾ ਸੀ ਕਲੋਰੋਫਿਲ, ਨਾਈਟ੍ਰੋਜਨ ਸੰਸਲੇਸ਼ਨ, ਅਮਰਵੇਲ, ਜੰਤੂ, ਕੀਟ ਖਾਣ ਵਾਲੇ। ਠੀਕ ਹੈ ਜੀ। ਕਲੋਰੋਫਿਲ ਦਾ ਤੁਹਾਨੂੰ ਇਹਨਾਂ ਵਿੱਚ ਜਿਹੜਾ ਆਨਸਰ ਤੁਹਾਨੂੰ ਸਹੀ ਲੱਗਦਾ ਉਹ ਸਾਹਮਣੇ ਲਿਖਣਾ। ਜਿਵੇਂ ਜੀਵਾਣੂ ਹੋ ਗਿਆ, ਘੜਾ ਬੂਟੀ, ਪੱਤੇ, ਪਰਜੀਵੀ, ਪਰਪੋਸ਼ਿਤ, ਕਿ ਜਿਹਦਾ ਆਨਸਰ ਤੁਹਾਨੂੰ ਜੋ ਲੱਗਦਾ ਉਹਦੇ ਸਾਹਮਣੇ ਲਿਖਣਾ। ਕਿ ਕਲੋਰੋਫਿਲ ਦਾ ਆਨਸਰ ਇਹਨਾਂ ਵਿੱਚੋਂ ਕੀ ਹੋ ਸਕਦਾ, ਨਾਈਟ੍ਰੋਜਨ ਸੰਸਲੇਸ਼ਨ ਦਾ ਆਨਸਰ ਕੀ ਹੋ ਸਕਦਾ, ਤੁਸੀਂ ਇਹਨਾਂ ਬਾਰੇ ਲਿਖਣਾ। ਇਹ ਤੁਹਾਨੂੰ ਤਾਂ ਹੀ ਪਤਾ ਲੱਗੇਗਾ ਜੇਕਰ ਸਾਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖੋਗੇ। ਠੀਕ ਹੈ ਜੀ। ਥੈਂਕ ਯੂ ਬੇਟਾ ਜੀ।